फिर तुहाडा निघा स्वागत करते हैं। सुशील दसांझ मेरे नाल चंडीगढ़ तो जुड़े हुए किसान अंदोलन की असीं गलबात कर रहे हैं। दसांझ साहब, महेंद्र सिंह चंदूनी तो बाद टकैतरां का भी बयान आ गया कि हुण मौका आ गया कि किसान अपनी लीडरशिप खुद चुन ते चोणां 'च हिस्सा लैण। 5 तरीक सितंबर की उन्होंने दसी है, जिस मंथन होएगा कि किसानां ने पोलीटिकल पार्टी बनाउणी आ, सीधा इलैक्शन 'च हिस्सा लैणा कि नहीं। एक पासे किसान मोर्चे के कुछ आगू ये लगातार कह रहे हैं कि असीं पोलीटिकली कोई भी साडी मूव जिहड़ी आ नहीं आ। दूजे पासे बहुत सारे लोगों का मत है, फिर वो राय वंडी होने करके वाली गल आ गई आ कि जिन्ना चिर पोलीटिकल ताकत अपने हत्थ च नहीं लई जाती, किसी भी होर पार्टी के किसान जिहड़े आ वो इतबार नहीं कर सकते। ना ही कोई ऐसा बदल जिहड़ा नज़र आ रहा। 5 स्टेटां दियां इलैक्शन सिर ते ने ते इन्नी छेती तेज़ी नाल कोई ऐसा बदल सामने नहीं है जिहड़ा किसान हितां दी खड़ा होवे। तुसीं खुद कहंदे हुंदे हो कि कैप्टन साहब नूं दोबारा चुन के आ जाण दिओ, फिर देखिओ कि वो किसानां नाल किद्दां दी जिहड़ा वो व्यवहार करदे आ। इसे तरह ही आम आदमी पार्टी तो भी कोई बहुती लोगों को उम्मीद नहीं है। जे पंजाब नूं ही सेंटर मान लीए इस अंदोलन का, तो पंजाब का सियासी नक्शा फिर किवें बदलेगा, किवें ये सारियां चीज़ां जिहड़ियां ने वो सखावां मोड़ लैणगियां। हालात तो फिर इदां दे बन रहे हैं, लोग कह रहे हैं कि जदों 6 महीने 4 महीने बाद इलैक्शन आई तो जिहड़ियां सिੱਖਿਆਵਾਂ ਦੀ ਅਸੀਂ गल कर रहे हैं, जिहड़ी चेतना की ਅਸੀਂ गल कर रहे हैं भी किसान अंदोलन ने पैदा कर दी आ, वो किते शाई माई फेर ना हो जाए तो लोग फिर उस ही चिक्कड़ च ना जा फसन। सो ਇਹਦਾ बदल की नज़र आता है? देखो, नंबर एक तो है गुरनाम सिंह चड़ूनी ते महेंद्र अपने राकेश टकैत, इन्हां दा जिस किस्म का नज़रिया हुणे सामने आया, जिवें गुरनाम सिंह चड़ूनी होरां ने पहलां कहा कि उन्होंने पंजाब नूं सामने रख के गल कही सी कि पंजाब दे विच जिहड़ी किसानां दी लीडरशिप है उन्हां नूं चुनावी सियासत च जाना चाहिए। बाद विच उन्होंने ये गल आप ही रद्द भी की है। कल जदों डेरा बाबा नानक तो पहला करतारपुर साहब मत्था टेकण गए हो ਤੇ ਫਿਰ ਡੇਰਾ ਬਾਬਾ ਨਾਨਕ ਤੋਂ ਇੱਕ ਜਥਾ ਲੈ ਕੇ ਦਿੱਲੀ ਦੇ ਸਿੰਘੂ ਬਾਰਡਰ ਵੱਲ ਤੁਰੇ ਤੇ ਉਹਨਾਂ ਨੇ ਆਪ ਹੀ ਇਹ ਗੱਲ ਰੱਦ ਕੀਤੀ ਕਿ ਅਸੀਂ ਪੰਜਾਬ 'ਚ ਚੋਣ ਲੜਨ ਦੀ ਗੱਲ ਨਹੀਂ ਕਰ ਰਹੇ। ਆਪਣੇ ਬਾਰੇ ਵੀ ਕਿਹਾ ਕਿ ਮੈਂ ਕੋਈ ਚੋਣ ਨਹੀਂ ਪੰਜਾਬ 'ਚ ਲੜਨੀ। ਦੂਜੀ ਗੱਲ ਇੱਕ ਤਾਂ ਉਹਨਾਂ ਦਾ ਹੈ ਕਿ ਉਹ ਪਹਿਲਾਂ ਵੀ ਚੋਣ ਉਹਨਾਂ ਨੇ ਲੜੀ ਹੈ, ਉਹਨਾਂ ਦੀ ਵਾਈਫ ਨੇ ਵੀ ਚੋਣ ਲੜੀ ਗੁਰਨਾਮ ਸਿੰਘ ਚੜੂਨੀ ਨੇ, ਤੇ ਸੋ ਉਹਨਾਂ ਦੀ ਜਿਸ ਕਿਸਮ ਦੀ ਪੰਜਾਬ ਦੀ ਕਿਸਾਨਾਂ ਦੀ ਲੀਡਰਸ਼ਿਪ ਹੈ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਉਸ ਕਿਸਮ ਦੀ ਮੈਚੁਰਿਟੀ ਨਹੀਂ ਹੈ। ਇਸ ਕਰਕੇ ਕਈ ਵਾਰੀ ਇੱਧਰਲੇ ਉੱਧਰਲੇ ਬਿਆਨ ਵੀ ਉਹਨਾਂ ਦੇ ਆਉਂਦੇ ਰਹਿੰਦੇ ਆ। ਰਾਕੇਸ਼ ਟਕੈਤ ਹੋਰੀ ਜਿਹੜੇ ਆ ਉਹਨਾਂ ਨੇ ਇਸ ਅੰਦੋਲਨ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡਿੱਗਦੇ ਡਿੱਗਦੇ ਅੰਦੋਲਨ ਨੂੰ ਬਚਾਇਆ। ਤੁਹਾਨੂੰ ਸਾਰਾ ਪਤਾ ਹੈ, ਜਾਣਕਾਰੀ ਹੈ, ਮੈਂ ਉਹ ਗੱਲਾਂ ਦੁਹਰਾਉਂਦਾ ਨਹੀਂ। ਜੋ ਕੁਝ 26 ਜਨਵਰੀ ਤੋਂ ਬਾਅਦ 28 ਜਨਵਰੀ ਨੂੰ ਹੋਇਆ ਤੇ ਅੰਦੋਲਨ ਮੁੜ ਤੋਂ ਖੜਾ ਹੋਇਆ। ਰਾਕੇਸ਼ ਟਕੈਤ ਹੋਰੀ ਵੀ ਪਹਿਲਾਂ ਇੱਕ ਵਾਰ ਚੋਣ ਲੜ ਚੁੱਕੇ ਆ ਉੱਤਰ ਪ੍ਰਦੇਸ਼ ਦੇ ਵਿੱਚ। ਉਹਨਾਂ ਦਾ ਜਿਹੜਾ ਤਾਜ਼ਾ ਬਿਆਨ ਹੈ ਉਹਦੀ ਵਿਆਖਿਆ ਬਹੁਤੀ ਨਹੀਂ ਮੈਂ ਕਰ ਸਕਦਾ, ਕਿਉਂਕਿ ਉਹ ਬਹੁਤ ਸੰਖੇਪ ਜਿਹਾ ਬਿਆਨ ਆਇਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਾਂ, ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨ ਆਗੂਆਂ ਲਈ ਚੋਣਾਂ ਦੇ ਰਸਤੇ ਖੁੱਲ੍ਹੇ ਆ। ਇਹ ਗੱਲ ਕਹੀ ਹੈ, ਉਹਦੀ ਡਿਟੇਲਸ ਮੇਰੇ ਕੋਲ ਨਹੀਂ ਹੈ ਵੀ ਉਹਨਾਂ ਨੇ ਹੋਰ ਕੀ ਗੱਲ ਕਹੀ ਹੈ, ਪਰ ਮੈਨੂੰ ਲੱਗਦਾ ਹੈ ਵੀ ਉਹਨਾਂ ਨੇ ਇਹ ਗੱਲ ਸ਼ਾਇਦ ਇਸ ਢੰਗ ਨਾਲ ਕਹੀ ਹੈ ਇੱਕ ਟੈਕਟਿਕਸ ਦੇ ਤੌਰ ਦੇ ਉੱਤੇ, ਤਾਂ ਜੋ ਭਾਰਤੀ ਜਨਤਾ ਪਾਰਟੀ ਦੇ ਉੱਤੇ ਇੱਕ ਪ੍ਰੈਸ਼ਰ ਬਿਲਡ ਹੋਵੇ। ਇਹ ਪੋਸੀਬਿਲਿਟੀ ਹੈ। ਉਹ ਕਹਿੰਦੇ 5 ਸਤੰਬਰ ਨੂੰ ਸ਼ਾਇਦ 5 ਸਤੰਬਰ ਨੂੰ ਹੀ ਉਹਨਾਂ ਨੇ ਦੱਸਿਆ ਕਿ ਇੱਕ ਬਹੁਤ ਵੱਡੀ ਮਹਾ ਕਿਸਾਨ ਪੰਚਾਇਤ ਅਸੀਂ ਕਰਨੀ ਹੈ ਜਿਹਦੇ 'ਚ ਇੱਦਾਂ ਦੀਆਂ ਗੱਲਾਂ ਹੋਣਗੀਆਂ। ਉਹਦੇ 'ਚ ਮੈਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਉੱਤਰ ਪ੍ਰਦੇਸ਼ ਲਈ ਸਪੈਸ਼ਲ ਕਹਿ ਰਿਹਾ ਮੈਂ, ਪੰਜਾਬ ਉਹਦੇ ਨਾਲ ਬਿਲਕੁਲ ਸੰਬੰਧਿਤ ਨਹੀਂ ਹੈ, ਵੀ ਉੱਤਰ ਪ੍ਰਦੇਸ਼ ਦੇ ਵਿੱਚ ਕੁਝ ਕੈਂਡੀਡੇਟਸ ਜਿਹੜੇ ਆ ਕਿਸਾਨ ਦਿੱਤੇ ਜਾਣ ਜਿਹੜੇ ਕੋਈ ਪੋਲੀਟੀਕਲ ਪਾਰਟੀ ਵੱਲੋਂ ਨਹੀਂ ਹੋਣਗੇ, ਇੰਡੀਪੈਂਡੈਂਟ ਹੋਣਗੇ। ਕੁਝ ਇੱਦਾਂ ਦੀ ਗੱਲ ਹੋ ਸਕਦੀ ਹੈ। ਜਾਂ ਅੰਦਰ ਖਾਤੇ ਜਿਹੜਾ ਆ ਕਿਸਾਨ ਲੀਡਰਸ਼ਿਪ ਜਿਹੜੀ ਹੈ ਕਿਸੇ ਨਾ ਕਿਸੇ ਖਾਸ ਧਿਰ ਨੂੰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸਪੋਰਟ ਕਰਨ ਦਾ ਫੈਸਲਾ ਕਰ ਸਕਦੀ ਹੈ, ਜਾਂ ਪਿਕ ਐਂਡ ਚੂਜ਼ ਵੀ ਹੋ ਸਕਦਾ ਹੈ। ਮੈਂ ਇਹ ਉੱਤਰ ਪ੍ਰਦੇਸ਼ ਦੇ ਹਵਾਲੇ ਨਾਲ ਗੱਲ ਕਰ ਰਿਹਾ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਵੱਡੀ ਖੇਡ ਖੇਡੀ ਜਾਣੀ ਹੈ। ਉਸ ਖੇਡ ਦੇ ਕਿਹੜੇ ਕਿਹੜੇ ਖਿਡਾਰੀ ਨੇ, ਕਿਹੜੇ ਕਿਹੜੇ ਪੱਤੇ ਸੁੱਟਣੇ ਆ, ਜਾਂ ਕਿਹੜੇ ਕਿਹੜੇ ਯੱਕੇ ਬਾਦਸ਼ਾਹ ਸੁੱਟਣੇ ਆ, ਜਾਂ ਵਜ਼ੀਰ ਸੁੱਟਣੇ ਆ, ਕੁਝ ਹਾਲ ਫਿਲਹਾਲ 'ਚ ਕਿਹਾ ਨਹੀਂ ਜਾ ਸਕਦਾ। ਪਰ ਇਹ ਹੈ ਵੀ ਰਾਕੇਸ਼ ਟਕੈਤ ਦੇ ਬਿਆਨ ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸ਼ਾਇਦ ਕੁਝ ਇੰਡੀਪੈਂਡੈਂਟ ਜਾਂ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਨੂੰ ਡਿਫੀਟ ਕਰਨ ਦੀ ਹਾਲਤ ਦੇ ਵਿੱਚ ਜਿਹੜੀ ਧਿਰ ਉਦੋਂ ਬਣੇਗੀ, ਜਿਹਦੀ ਬਹੁਤੀ ਸੰਭਾਵਨਾ ਸਮਾਜਵਾਦੀ ਪਾਰਟੀ ਹੈ, ਉਹਨੂੰ ਕੋਈ ਸਪੋਰਟ ਕੀਤੀ ਜਾ ਸਕਦੀ ਹੈ। ਨਕਸ਼ਾ ਨਹੀਂ ਬਦਲੇਗਾ, ਸਤਾ ਬਦਲ ਸਕਦੀ ਹੈ ਥੋੜ੍ਹੀ ਬਹੁਤ, ਜਾਂ ਹੰਗ ਕਿਸਮ ਦੀ ਅਸੈਂਬਲੀ ਯੂਪੀ 'ਚ ਵੀ ਅਸੀਂ ਦੇਖ ਸਕਾਂਗੇ,
ਪਰ ਕੋਈ ਸਥਿਤੀਆਂ ਬਦਲ ਜਾਣਗੀਆਂ, ਉਹ ਹਾਲ ਫਿਲਹਾਲ ਨਹੀਂ। ਇੱਦਾਂ ਪੰਜਾਬ ਦੇ ਵਿੱਚ ਮੈਂ ਜਿਹੜੀ ਤੁਸੀਂ ਕਹਿੰਦੇ ਚੇਤਨਾ ਆ ਜਾਂ ਹੋਰ ਸਾਰੀਆਂ ਚੀਜ਼ਾਂ ਠੀਕ ਹੈ, ਬਹੁਤ ਸਾਰੇ ਲੋਕਾਂ ਨੂੰ ਇਹ ਜਾਣਕਾਰੀ ਮਿਲੀ ਹੈ। ਜਿਹੜਾ ਸਧਾਰਨ ਤੋਂ ਸਧਾਰਨ ਕਿਸਾਨ ਵੀ ਹੈ, ਜਾਂ ਈਵਨ ਮੈਂ ਤਾਂ ਬੜਾ ਹੈਰਾਨ ਹੁੰਦਾ ਇੱਥੇ ਮੋਹਾਲੀ ਦੇ ਵਿੱਚ ਇੱਕ ਮੈਂ ਹੁਣੇ ਇੰਟਰਵਿਊ ਦੇਖੀ ਥੋੜ੍ਹੇ ਦਿਨ ਪਹਿਲਾਂ ਕਿਸੇ ਟੀਵੀ ਚੈਨਲ ਨੇ ਕੀਤੀ, ਇੱਕ ਛੋਟੇ ਜਿਹੇ ਬੱਚੇ ਨਾਲ। ਉਸ ਬੱਚੇ ਨੇ ਜਿਸ ਮੈਚੁਰਿਟੀ ਦੇ ਨਾਲ ਤਿੰਨ ਖੇਤੀ ਕਾਨੂੰਨਾਂ ਜਾਂ MSP ਤੇ ਗਰੰਟੀ ਕਾਨੂੰਨ ਦੇ ਹਵਾਲੇ ਨਾਲ ਗੱਲਾਂ ਕੀਤੀਆਂ, ਮੈਂ ਹੈਰਾਨ ਸੀ ਵੀ ਇੰਨਾ ਛੋਟੇ ਜਿਹੇ ਬੱਚੇ ਨੂੰ ਕਿੱਦਾਂ ਇਹ ਜਾਣਕਾਰੀ ਹੈ। ਸੋ ਮੈਨੂੰ ਲੱਗਦਾ ਇਹ ਵੀ ਕਿਸਾਨ ਅੰਦੋਲਨ ਦੀ ਇੱਕ ਪ੍ਰਾਪਤੀ ਹੈ ਕਿ ਕਿਸਾਨ ਲੀਡਰਸ਼ਿਪ ਤੋਂ ਬਾਅਦ ਹੇਠਾਂ ਤੱਕ ਜਿਹੜਾ ਕਿਸਾਨ ਹੈ, ਚਾਹੇ ਸਾਡੀਆਂ ਬੀਬੀਆਂ ਭੈਣਾਂ ਆ, ਚਾਹੇ ਬੱਚੇ ਹੈ ਜਾਂ ਆਮ ਕਿਸਾਨ ਹੈ, ਉਹਨੂੰ ਵੀ ਇੰਨਾ ਕੁ ਜ਼ਰੂਰ ਪਤਾ ਲੱਗ ਗਿਆ ਹੈ ਕਿ ਇਹ ਲੜਾਈ ਹੈ ਕਿਉਂ, ਤੇ ਇਹ ਲੜਾਈ ਦੇ ਜਿਹੜੇ ਤਰਕ ਜਾਂ ਲੌਜਿਕ ਸਾਡੇ ਕੋਲ ਕੀ ਕੀ ਹੈ। ਸੋ ਇਹ ਚੇਤਨਾ ਤਾਂ ਇੱਕ ਹੈ ਪੰਜਾਬ ਦੇ ਵਿੱਚ, ਪਰ ਇਹ ਚੇਤਨਾ ਨੂੰ ਅਸੀਂ ਵੋਟਾਂ ਦੇ ਵਿੱਚ ਕਨਵਰਟ ਹੁੰਦਾ ਨਹੀਂ ਦੇਖਾਂਗੇ, ਕਿਉਂਕਿ ਉਹ ਤੇ ਉਸਰ ਨਹੀਂ ਸਕੀ ਹਾਲੇ ਪੰਜਾਬ ਦੇ ਵਿੱਚ। ਤੇ ਮੇਰਾ ਮੰਨਣਾ ਹੋਰ ਵੀ ਹੈ ਵੀ ਇਹਦੇ 'ਚ ਬਹੁਤਾ ਧਿਆਨ ਦੇਣ ਦੀ ਵੀ ਜ਼ਰੂਰਤ ਨਹੀਂ। ਹਾਲ ਫਿਲਹਾਲ ਇੱਦਾਂ ਹੀ ਰਹਿਣਾ ਆ, ਜੋ ਕੁਝ ਹੈ ਸਿਸਟਮ ਨੇ ਇੱਦਾਂ ਹੀ ਚੱਲਣਾ ਆ। ਕੋਈ ਆ ਜਾਵੇ, ਚਾਹੇ ਮੁੜ ਕੇ ਅਕਾਲੀ ਦਲ BSP ਨਾਲ ਗੱਠਜੋੜ ਜਿਹਨੇ ਕੀਤਾ ਉਹ ਆ ਜਾਵੇ, ਜਾਂ ਕਾਂਗਰਸ ਰਿਪੀਟ ਹੋ ਜਾਵੇ, ਆਮ ਆਦਮੀ ਪਾਰਟੀ ਦੀ ਕੋਈ ਸੰਭਾਵਨਾ ਨਹੀਂ ਹੈ। ਤੇ ਸ਼੍ਰੋਮਣੀ ਅਕਾਲੀ ਦਲ ਵੀ BSP ਦੀ ਵੀ ਕੋਈ ਬਹੁਤੀ ਸੰਭਾਵਨਾ ਨਹੀਂ ਹੈ ਹਾਲ ਫਿਲਹਾਲ। ਜੇ ਅੱਜ ਦੀ ਤਰੀਕ 'ਚ ਚੋਣਾਂ ਹੁੰਦੀਆਂ ਤਾਂ ਸਾਰੀਆਂ ਘਾਟਾਂ, ਕਮਜ਼ੋਰੀਆਂ, ਨਾਕਾਮੀਆਂ ਦੇ ਬਾਵਜੂਦ ਕਾਂਗਰਸ ਪਾਰਟੀ ਹੀ ਸਿੰਪਲ ਮੈਜੋਰਟੀ 'ਚ ਆਉਣ ਵਾਲੀ ਹੈ। ਸੋ ਕੁਝ ਨਹੀਂ ਬਦਲਣਾ, ਪਰ ਜਿਹੜਾ ਚੇਤਨਾ ਦਾ ਲੈਵਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਬਲਿਕ ਸਟਰਗਲ ਤੇ ਉਹ ਯੂਜ਼ ਕੀਤਾ ਜਾਏ। ਮੈਂ ਤਾਂ ਕਮਿਊਨਿਸਟ ਪਾਰਟੀਆਂ ਨੂੰ ਵੀ ਇਹ ਸਲਾਹ ਦਿੱਤੀ ਆ ਵੀ ਤੁਸੀਂ ਐਤਕਾਂ ਚੋਣ ਨਾ ਲੜੋ, 5 ਸਾਲ ਚੋਣਾਂ ਦਾ ਖਹਿੜਾ ਛੱਡੋ, ਸਿਰਫ ਤੇ ਸਿਰਫ ਜਨਤਕ ਸੰਘਰਸ਼ ਵੱਲ ਧਿਆਨ ਦਿਓ, ਚੋਣਾਂ ਦਾ ਵਿੱਚ ਖਿਆਲ ਹੀ ਛੱਡ ਦਿਓ, ਲੜ ਲਿਓ ਜਦੋਂ ਚੋਣਾਂ ਲੜਨੇ ਜੋਗੇ ਹੋਏ। ਹਾਲ ਫਿਲਹਾਲ ਕੋਈ ਧਿਰ ਨਹੀਂ ਹੈ ਜਿਹੜੀ ਇਸ ਸਾਰੇ ਚੀਜ਼ ਨੂੰ ਬਦਲੇ, ਚੋਣਾਂ ਰਾਹੀਂ ਸੱਤਾ 'ਚ ਆ ਕੇ, ਉਹਦੀ ਸੰਭਾਵਨਾ ਨਹੀਂ। ਬਿਲਕੁਲ ਦਸਾਂਝ ਸਾਹਿਬ, ਤੁਸੀਂ ਠੀਕ ਕਹਿ ਰਹੇ ਹੋ, ਭਾਵੇਂ ਤਾਕਤ ਇੰਨੀ ਨਹੀਂ ਆ, ਪਰ ਨਾਲ ਦੀ ਨਾਲ ਇਹ ਵੀ ਹੈ ਨਾ, ਜੇ ਰਾਜਨੀਤਿਕ ਸੱਤਾ ਦੇ ਉੱਤੇ ਤੁਹਾਡਾ ਕੋਈ ਕੰਟਰੋਲ ਨਹੀਂ ਆ ਤੇ ਫਿਰ ਅੰਦੋਲਨ ਤੁਸੀਂ ਕਰੀ ਜਾਓ, DC ਦੇ ਦਫ਼ਤਰ ਅੱਗੇ ਧਰਨੇ ਮਾਰੀ ਜਾਓ, ਡਾਂਗਾ ਖਾਈ ਜਾਓ, ਆਪਣੇ ਜਿਹੜੇ ਹੈਗੇ ਨੇ ਅਧਿਆਪਕ ਕੱਚੇ ਹੀ ਦੇਖਦੇ ਆ, ਰੋਜ਼ ETT ਵਾਲੇ ਦੇਖਦੇ ਆ, ਨਰਸਾਂ ਨੂੰ ਵੇਖਦੇ ਆ ਕੁੱਟ ਪੈਂਦੀ, ਤੇ ਉਹਨਾਂ ਦੇ ਅੰਦੋਲਨਾਂ ਦਾ ਇਹਨਾਂ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਦੀ। ਐਡਾ ਵੱਡਾ ਅੰਦੋਲਨ ਹੋਇਆ ਭਾਰਤ ਪੱਧਰ ਦਾ, ਜਿੱਦਾਂ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਲਗਾਤਾਰ ਸਾਲ ਤੋਂ ਉੱਪਰ ਹੋ ਗਿਆ, 7.5-8 ਮਹੀਨੇ ਹੋ ਗਏ ਦਿੱਲੀ ਬੈਠਿਆਂ ਨੂੰ, ਤੇ ਸਰਕਾਰ ਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ। ਫਿਰ ਕੋਈ ਨਾ ਕੋਈ ਤਾਂ ਸੋਚ ਆਖਰਕਾਰ ਉਭਰੇਗੀ ਨਾ, ਜਾਂ ਤੇ ਫਿਰ ਇਹ ਤਸ਼ੱਦਦ ਵਾਲੇ ਪਾਸੇ ਨੂੰ ਜਾਏਗਾ, ਜਿਹਨੂੰ ਮੈਂ ਕਹਿ ਸਕਦਾ ਕਹਿੰਦੀ ਸਿਵਲ ਨਾ ਫਰਮਾਨੀ ਵਾਲੇ ਪਾਸੇ ਗੱਲ ਜਾਏਗੀ, ਤੇ ਜਾਂ ਫਿਰ ਕਿਤੇ ਨਾ ਕਿਤੇ ਰਾਜਨੀਤੀ ਵਿੱਚ ਕੁਝ ਲੋਕਾਂ ਦਾ ਐਸੇ ਜਿਹੜੇ ਲੋਕ ਨੇ, ਜਿਹੜੇ ਲੋਕ ਪੱਖੀ ਹੋਣ, ਉਹਨਾਂ ਦਾ ਸ਼ਾਮਲ ਹੋਣਾ ਕਿਤੇ ਨਾ ਕਿਤੇ ਰੜਕਦਾ ਤਾਂ ਹੈ ਨਾ ਕਿ ਜ਼ਰੂਰੀ ਆ। ਦੇਖੋ ਗਿੱਲ ਸਾਹਿਬ, ਗੱਲ ਇੱਦਾਂ ਆ, ਸਾਨੂੰ ਬਹੁਤ ਧਿਆਨ ਰੱਖਣਾ ਪਏਗਾ ਕਿ ਅਸੀਂ ਇਮੀਡੀਏਟ ਕਈ ਵਾਰੀ ਨਤੀਜੇ ਭਾਲਦੇ ਹਾਂ ਵੀ ਤੁਰੰਤ ਇਹਦਾ ਕੋਈ ਨਤੀਜਾ ਆ ਜਾਏਗਾ। ਇਹ ਕਿੱਦਾਂ ਕਹਿ ਸਕਦੇ ਆ ਵੀ ਜਿਹੜੇ ਛੋਟੀਆਂ ਸਟਰਗਲਸ ਹੁੰਦੀਆਂ ਉਹਦਾ ਕੋਈ ਅਸਰ ਨਹੀਂ ਹੁੰਦਾ। ਪੰਜਾਬ ਦੇ ਇਤਿਹਾਸ ਦੇ ਵਿੱਚ ਜਿਹੜੇ ਵੱਖ-ਵੱਖ ਸਟਰਗਲਸ ਹੋਈਆਂ ਆ, ਚਾਹੇ ਅਧਿਆਪਕਾਂ ਦੀਆਂ, ਤੁਸੀਂ ਤਾਂ ਖੁਦ ਰਹੇ ਹੋ ਇੱਥੇ ਸਰਕਾਰੀ ਮਹਿਕਮੇ 'ਚ, ਉਹਨਾਂ ਸਟਰਗਲਸ ਦਾ ਲਾਜ਼ਮੀ ਤੌਰ ਦੇ ਉੱਤੇ ਕਿਤੇ ਨਾ ਕਿਤੇ ਲਾਭ ਹੁੰਦਾ ਰਿਹਾ। ਬਹੁਤ ਸਾਰੀਆਂ ਜਿੱਤਾਂ ਜਿੱਤੀਆਂ ਪੰਜਾਬ ਦੀ ਮੁਲਾਜ਼ਮ ਲਹਿਰ ਨੇ, ਕਿਸਾਨਾਂ ਨੇ ਵੀ ਬਹੁਤ ਸਾਰੀਆਂ ਜਿੱਤਾਂ ਜਿੱਤੀਆਂ। ਹੁਣ ਜਿਹੜੀ ਆ ਤਾਜ਼ਾ ਸਟਰਗਲ ਜਿਹੜੀ ਅਸੀਂ ਦੇਖ ਰਹੇ ਹਾਂ, ਜਿਹੜਾ ਤੁਸੀਂ ਸਾਲ ਦਾ ਜ਼ਿਕਰ ਕੀਤਾ, ਜਾਂ 7.5 ਮਹੀਨੇ ਤੋਂ ਬਾਰਡਰਸ ਦੇ ਉੱਤੇ ਕਿਸਾਨ ਬੈਠੇ ਹੈ, ਕੀ ਅਸੀਂ ਇਹ ਕਹਿ ਦਈਏ ਵੀ ਇਹਦੀ ਕੋਈ ਪ੍ਰਾਪਤੀ ਨਹੀਂ ਹੈ? ਸਾਰੇ ਹਰਿਆਣੇ ਤੇ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਜਿਹੜੇ ਪੋਲੀਟੀਕਲ ਸਮੀਕਰਨ ਬਦਲ ਕੇ ਰੱਖਤੇ ਇਸ ਅੰਦੋਲਨ ਨੇ, ਹੱਥਾਂ ਪੈਰਾਂ ਦੀ ਪਾਤੀ ਅਕਾਲੀਆਂ ਨੂੰ ਤੇ BJP ਨੂੰ, ਦੋ ਟੋਟੇ ਹੋ ਗਏ। ਆ BJP 'ਚ ਜੋ ਕੁਝ ਹੋਇਆ, ਅਨਿਲ ਜੋਸ਼ੀ ਵਰਗੇ ਬੰਦੇ ਆ ਗਏ ਨਾ ਬਾਹਰ, ਇੱਥੇ ਕਾਂਗਰਸ ਪਾਰਟੀ ਨੂੰ ਮਜਬੂਰੀ ਨਹੀਂ ਸੀ, ਦਿਖਾਵੇ ਲਈ ਸਹੀ ਕੈਪਟਨ ਅਮਰਿੰਦਰ ਨੂੰ ਵਿਧਾਨ ਸਭਾ ਦੇ ਵਿੱਚ ਲਿਆਉਣਾ ਪਿਆ ਨਾ, ਪੈਰਲਲ 4 ਬਿੱਲ ਲਿਆਉਣੇ ਪਏ ਨਾ, ਭਾਵੇਂ ਉਹਦਾ ਕੋਈ ਅਰਥ ਨਹੀਂ ਹੈ, ਪਰ ਉਹਦੇ ਬਾਵਜੂਦ ਇਹਦਾ ਮਤਲਬ ਹੈ ਜੇ ਸਿਆਸੀ ਸਮੀਕਰਨ ਪੂਰੇ ਬਦਲਤੇ ਇਸ ਅੰਦੋਲਨ ਨੇ, ਇਹਦਾ ਮਤਲਬ ਇਹਦਾ ਅਸਰ ਤਾਂ ਹੈ ਨਾ। ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਮੈਂ ਤੁਹਾਨੂੰ ਦੱਸਦਾ, ਹੈ ਹਿੰਮਤ ਅੱਜ ਵੀ ਨਰਿੰਦਰ ਮੋਦੀ ਦੀ, ਜਿਹੜੇ ਆਪਣੇ ਆਪ ਨੂੰ ਬਹੁਤ ਮਜ਼ਬੂਤ ਪ੍ਰਧਾਨ ਮੰਤਰੀ ਕਹਿੰਦੇ ਆ, ਵੀ ਇਹ 3 ਜਿਹੜੇ ਕਾਨੂੰਨ ਲਿਆਂਦੇ ਉਹ ਲਾਗੂ ਕਰ ਦੇਣ। ਸਾਲ ਹੋ ਗਿਆ, ਲਾਗੂ ਕਿਉਂ ਨਹੀਂ ਕੀਤੇ ਹਾਲੇ ਤਾਈਂ? ਇਸ ਅੰਦੋਲਨ ਦੀ ਜਿੱਤ ਹੈ ਨਾ, ਵੀ ਕਾਨੂੰਨ ਤੁਸੀਂ ਬਣਾ ਲਏ, ਲਾਗੂ ਕਰ ਨਹੀਂ ਪਾ ਰਹੇ। ਕੱਲੀ ਇਹ ਸਰਕਾਰ ਨਹੀਂ, ਜੇ ਅਗਲੀ ਸਰਕਾਰ ਵੀ ਇਹਨਾਂ ਕਾਨੂੰਨਾਂ ਨੂੰ ਲਾਗੂ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਇਸ ਮਸਲੇ ਦਾ ਕੋਈ ਡਾਇਲੋਗ ਦੇ ਨਾਲ ਹੱਲ ਨਹੀਂ ਨਿਕਲਦਾ। ਇਹ ਜਿੱਤ ਹੀ ਹੈ ਨਾ। ਅਸੀਂ ਬਹੁਤ ਵੱਡੀਆਂ ਜਿੱਤਾਂ ਦੀ ਤਵੱਕੋ ਕਰ ਦਿੰਦੇ ਹਾਂ ਵੀ ਇੱਕਦਮ ਹੀ ਰਾਤੋਂ ਰਾਤ ਓਵਰਨਾਈਟ ਇਨਕਲਾਬ ਆ ਜਾਣਾ,
ਓਵਰਨਾਈਟ ਸਰਕਾਰਾਂ ਬਦਲ ਜਾਣੀਆਂ। ਇਸੇ ਕਰਕੇ ਅਸੀਂ ਭਰਮ ਭੁਲੇਖਿਆਂ 'ਚ ਰਹਿੰਦੇ ਹਾਂ। ਅਸੀਂ ਨਾਇਕ ਜਿਹੜੇ ਚੁਣ ਲੈਂਦੇ ਆ ਵੀ ਫਲਾਨਾ ਬੰਦਾ ਆਇਆ ਸੀ। ਅਸੀਂ ਅਸਲ 'ਚ ਨਾ ਇਸ ਤਰ੍ਹਾਂ ਦੇ ਲੋਕ ਆ। ਮੈਂ ਅਸੀਂ ਤੋਂ ਭਾਵ ਮੈਂ ਮਾਨਸਿਕਤਾ ਓਵਰਆਲ ਸਾਡੀ ਸਾਰਿਆਂ ਦੀ ਜਿਹੜੀ ਆ ਉਹ ਬਣੀ ਹੋਈ ਆ, ਪੰਜਾਬੀਆਂ ਦੀ ਜਾਂ ਭਾਰਤੀਆਂ ਦੀ, ਵੀ ਅਸੀਂ ਦੇਖਦੇ ਹਾਂ ਕੋਈ ਮਹਾਂਪੁਰਖ ਆਏਗਾ। ਅਸੀਂ ਹੁਣ ਵੀ ਭਗਤ ਸਿੰਘ ਨੂੰ ਆਵਾਜ਼ਾਂ ਮਾਰੀ ਜਾਂਦੇ ਆ, ਗੁਰੂ ਗੋਬਿੰਦ ਸਿੰਘ ਨੂੰ ਆਵਾਜ਼ਾਂ ਮਾਰੀ ਜਾਂਦੇ ਆ, ਉਹੀ ਆਉਣ ਉਹੀ ਆ ਕੇ ਕਰਨ ਜੋ ਕਰਦਾ। ਅਸੀਂ ਨਹੀਂ ਕੁਝ ਵੀ ਕਰਦਾ। ਸਵਾਲ ਇਹ ਆ, ਕਿਸੇ ਇੱਕ ਵਿਅਕਤੀ ਨੇ ਕਦੀ ਵੀ ਕੁਝ ਨਹੀਂ ਬਦਲਣਾ ਹੁੰਦਾ। ਇਸ ਸਿਸਟਮ ਨੂੰ ਬਦਲਣ ਵਾਸਤੇ ਚੇਤਨਾ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਤੇ ਇੱਕ ਰਾਜਨੀਤਿਕ ਦ੍ਰਿਸ਼ਟੀਕੋਣ ਜਿਹੜਾ ਆ, ਉਹਦੇ ਆਧਾਰ ਦੇ ਉੱਤੇ ਵੱਡੀਆਂ ਲਹਿਰਾਂ ਜਦੋਂ ਪੈਦਾ ਹੋਇਆ ਕਰਦੀਆਂ ਤੇ ਉਹਦੇ ਵਿੱਚੋਂ ਬਹੁਤ ਸਾਰੇ ਬਦਲ ਨਿਕਲਿਆ ਕਰਦੇ ਆ। ਨਿਕਲਿਆ ਕਰਨਗੇ, ਟਾਈਮ ਲੱਗਦਾ ਹੁੰਦਾ। ਜਿਸ ਤਰ੍ਹਾਂ ਦੇ ਹਾਲਾਤ ਭਾਰਤ ਦੇ ਇੱਥੇ ਹਾਲੇ ਬੜਾ ਲੰਮਾ ਟਾਈਮ ਲੱਗਣਾ ਹੈ। ਸਥਿਤੀਆਂ ਹੋਰ ਵਿਗੜ ਸਕਦੀਆਂ ਤੇ ਜਿੰਨੀਆਂ ਸਥਿਤੀਆਂ ਹੋਰ ਵਿਗੜਨਗੀਆਂ ਉਨੀ ਸੰਭਾਵਨਾ ਜ਼ਿਆਦਾ ਬੈਟਰ ਹੋਏਗੀ। ਅਸੀਂ ਘਬਰਾ ਜਾਂਦੇ ਹਾਂ ਬੜੀ ਛੇਤੀ, ਪਤਾ ਨਹੀਂ ਕੀ ਹੋ ਗਿਆ। ਸਗੋਂ ਜਿੰਨੀ ਜ਼ਿਆਦਾ ਮਹਿੰਗਾਈ ਵਧੇਗੀ, ਜਿੰਨੀ ਹੋਰ ਗਰੀਬੀ ਵਧੇਗੀ, ਜਿੰਨਾ ਅਮੀਰ ਗਰੀਬ ਦਾ ਪਾੜਾ ਹੋਰ ਵਧੇਗਾ, ਉਹਨੇ ਟਕਰਾਅ ਹੋਰ ਵਧਣਗੇ ਤੇ ਉਹ ਟਕਰਾਅ ਦੇ ਵਿੱਚੋਂ ਨਵੀਂ ਚੀਜ਼ ਕੋਈ ਨਾ ਕੋਈ ਲਾਜ਼ਮੀ ਤੌਰ ਤੇ ਪੈਦਾ ਹੋਵੇਗੀ। ਜੀ ਦਸਾਂਝ ਸਾਹਿਬ, ਇੱਕ ਬ੍ਰੇਕ ਛੋਟਾ ਜਿਹਾ ਹੋਰ ਲੈਂਦੇ ਹਾਂ। ਅਗਲੀ ਸੈਗਮੈਂਟ 'ਚ ਮੈਂ ਤੁਹਾਡੇ ਨਾਲ ਹੋਰ ਕੁਝ ਗੱਲਾਂ ਕਰਨੀਆਂ ਨੇ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਹੀ। ਬਾਕੀ ਖਬਰਾਂ ਤੇ ਵੀ ਆਪਾਂ ਕਰਾਂਗੇ ਚਰਚਾ। ਇੱਕ ਛੋਟਾ ਜਿਹਾ ਬ੍ਰੇਕ ਇੱਥੇ ਲੈਂਦੇ ਜੀ।